ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਆਦ ਗੁਰ ਏ ਨਮః ਜੁਗਾਦ ਗੁਰ ਏ ਨਮঃ ਸਤਿਗੁਰ ਏ ਨਮః ਸ਼੍ਰੀ ਗੁਰਦੇਵ ਏ ਨਮঃ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ਼ ਪਾਤੇ ਸੰਤ ਭੇਟਿਆ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪਣੇ ਸਾਰਿਆਂ ਦੇ ਬਹੁਤ ਹੀ ਉੱਤਮ ਭਾਗ ਹਨ ਜੋ ਕਿ ਆਪਾਂ ਨੂੰ ਅੱਜ ਸ਼੍ਰੀ ਜਪਜੀ ਸਾਹਿਬ ਦੀ ਕਥਾ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਬਹੁਤ ਹੀ ਸੰਗਤਾਂ ਦੀ ਅਪੀਲ ਸੀ ਕਿ ਸ਼੍ਰੀ ਜਪਜੀ ਸਾਹਿਬ ਦੀ ਕਥਾ ਪੁਰਾਤਨ ਮਰਿਆਦਾ ਅਨੁਸਾਰ ਕੀਤੀ ਜਾਵੇ। ਸੋ ਅੱਜ ਸੰਤ ਆਸ਼ਰਮ ਕਣਗਸ ਮਲੇਸ਼ੀਆ ਵਾਲਿਆਂ ਦੇ ਸਥਾਨ 'ਤੇ ਸ਼੍ਰੀ ਜਪਜੀ ਸਾਹਿਬ ਦੀ ਕਥਾ ਪ੍ਰਾਰੰਭ ਹੋਈ ਹੈ। ਸਾਰੀਆਂ ਸੰਗਤਾਂ ਅਸੀਸ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੰਗਤਾਂ ਲਾਹੇ ਪ੍ਰਾਪਤ ਕਰ ਸਕਣ ਜੀ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਅਨੇਕਾਂ ਵਾਰੀ ਡੰਡੌਤ ਹੈ, ਨਮਸਕਾਰ ਹੈ ਉਸ ਪਰਿਪੂਰਨ ਪਰਮੇਸ਼ਰ ਨੂੰ ਜਿਹੜਾ ਦਾਸਾਂ ਦੇ ਹਰ ਤਰ੍ਹਾਂ ਦੇ ਕਾਰਜ ਨੂੰ ਸਮਰੱਥ ਹੈ। ਇਹ ਪ੍ਰਭੂ ਮੇਰੇ ਇੱਧਰ ਉੱਧਰ ਡੋਲ ਰਹੇ ਮਨ ਨੂੰ ਤੁਸੀਂ ਆਪਣੀ ਮਿਹਰ ਦਾ ਹੱਥ ਦੇ ਕੇ ਆਪਣੇ ਚਰਨਾਂ ਵਿੱਚ ਟਿਕਾ ਲਵੋ। ਆਦ ਗੁਰ ਏ ਨਮః ਜੁਗਾਦ ਗੁਰ ਏ ਨਮঃ ਸਤਿਗੁਰ ਏ ਨਮঃ ਸ਼੍ਰੀ ਗੁਰਦੇਵ ਏ ਨਮঃ। ਆਦ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤਾਈ ਨਮਸਕਾਰ ਹੈ। ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਤਾਈ ਨਮਸਕਾਰ ਹੈ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਤਾਈ ਨਮਸਕਾਰ ਹੈ। ਗੁਰਦੇਵ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਾਈ ਮੇਰੀ ਨਮਸਕਾਰ ਹੈ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਸਤਿਗੁਰਾਂ ਨੇ ਮੇਰੇ ਬੁੱਧੀ ਰੂਪੀ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾ ਦਿੱਤਾ ਹੈ, ਜਿਸ ਨਾਲ ਮੇਰੇ ਅਗਿਆਨ ਹਨੇਰੇ ਦਾ ਨਾਸ਼ ਹੋ ਗਿਆ। ਪ੍ਰਭੂ ਦੀ ਕਿਰਪਾ ਨਾਲ ਸੰਤਾਂ ਦਾ ਮੇਲ ਹੋਇਆ ਹੈ, ਜਿਸ ਨਾਲ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੱਤਕ ਪੂਰਨਮਾਸ਼ੀ ਸੰਮਤ 1526 ਨੂੰ ਰਾਏ ਭੋਏ ਦੀ ਤਲਵੰਡੀ ਜੋ ਅੱਜ ਕੱਲ੍ਹ ਨਨਕਾਣਾ ਸਾਹਿਬ ਵਿੱਚ ਮਹਿਤਾ ਕਾਲੂ ਚੰਦ ਜੀ ਬੇਦੀ ਖੱਤਰੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਅਵਤਾਰ ਧਾਰਿਆ। ਭਾਈ ਸੰਤੋਖ ਸਿੰਘ ਜੀ ਨੇ ਆਪ ਜੀ ਦੇ ਨਾਨਕ ਨਾਮ ਦੀ ਮਹੱਤਤਾ ਨਾਨਕ ਪ੍ਰਕਾਸ਼ ਵਿੱਚ ਇਸ ਪ੍ਰਕਾਰ ਵਰਣਨ ਕੀਤੀ ਹੈ। ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਅਰਥਾਤ ਨੰਨਾ ਨਹੀਂ ਹੈ ਜਿਸ ਵਿੱਚ ਅਨਕ ਕਹੀਏ, ਅਦਵੈਤ ਉਹ ਪਰਮਾਤਮਾ ਨਾਨਕ ਨਾਮ ਕਹਾਉਂਦਾ ਹੈ। ਭਾਈ ਗੁਰਦਾਸ ਜੀ ਦੇ ਅਵਤਾਰ ਦੀ ਮਹਾਨਤਾ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਈ ਹੈ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਆਪ ਜੀ ਨੇ ਬਾਲ ਚੋਜ ਜੈਸਾ ਕਿ ਪਾਂਧੇ ਤੇ ਮੁੱਲਾਂ ਪਾਸ ਪੜ੍ਹਨਾ, ਪੱਟੀ ਲਿਖਣੀ, ਜਨੇਊ ਪਹਿਨਣਾ, ਮੱਝੀਆਂ ਚਾਰਨੀਆਂ, ਖੇਤੀ ਹਰੀ ਕਰਨੀ, ਸਰਪ ਛਾਇਆ ਦਾ ਕੌਤਕ ਤੇ ਸੱਚਾ ਸੌਦਾ ਕਰਨਾ ਸਭ ਨਨਕਾਣੇ ਸਾਹਿਬ ਕੀਤੇ। ਇੱਥੇ ਆਪ ਜੀ ਨੇ ਰਾਏ ਬੁਲਾਰ ਨਾਨਕੀ ਜੀ ਨੂੰ ਆਪਣਾ ਆਪ ਨਿਸ਼ਚੇ ਕਰਾਇਆ। ਉਪਰੰਤ ਆਪ ਜੀ ਸੁਲਤਾਨਪੁਰ ਲੋਧੀ ਭੈਣ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਪਾਸ ਚਲੇ ਗਏ। ਉੱਥੇ ਨਵਾਬ ਦੇ ਮੋਦੀ ਖਾਨੇ ਸਰਕਾਰੀ ਖਜ਼ਾਨੇ ਵਿੱਚੋਂ ਅੰਨ ਦਾਣੇ ਦੀ ਰਸ ਦੇਣ ਵਾਲਾ ਕਰਮਚਾਰੀ ਬਣ ਕੇ
12 ਸਾਲ 13 ਹੀ 13 ਦੀ ਰੱਟ ਲਗਾ ਕੇ ਗਰੀਬਾਂ ਨੂੰ ਮੁਫਤ ਰਸਦਾਂ ਵੰਡੀਆਂ। ਨਵਾਬ ਅਤੇ ਮੁੱਲਾਂ ਨਾਲ ਨਮਾਜ਼ ਦਾ ਕੌਤਕ ਵਰਤਾਇਆ। ਇੱਥੋਂ ਹੀ ਨਵੇਂ ਪ੍ਰੋਗਰਾਮ ਦਾ ਆਰੰਭ ਕਰਨ ਦਾ ਸਮਾਂ ਜਾਣ ਕੇ ਵੇਈਂ ਨਦੀ ਵਿੱਚ, ਜਿਹੜੀ ਕਿ ਸੁਲਤਾਨਪੁਰ ਦੇ ਨਾਲ ਹੀ ਲਹਿੰਦੇ ਪਾਸੇ ਵਗਦੀ ਹੈ, ਇਸ਼ਨਾਨ ਕਰਦਿਆਂ ਟੁੱਬੀ ਮਾਰ ਕੇ ਸੱਚਖੰਡ ਜਾ ਪਹੁੰਚੇ। ਉੱਥੇ ਪਰਮੇਸ਼ਰ ਪਾਰਬ੍ਰਹਮ ਨਾਲ ਆਪਣੇ ਅਗਲੇ ਪ੍ਰੋਗਰਾਮ ਦੀ ਵਿਚਾਰ ਕੀਤੀ। ਅਕਾਲ ਪੁਰਖ ਨੇ ਆਪ ਜੀ ਨੂੰ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤਾ ਮਾਰਕ ਮੰਤਰ ਦਿੱਤਾ ਅਤੇ ਆਗਿਆ ਕੀਤੀ ਕਿ ਜਗਤ ਦੇ ਉਧਾਰ ਵਾਸਤੇ ਇਸ ਮੰਤਰ ਨੂੰ ਆਪ ਜਪੋ, ਹੋਰਨਾਂ ਨੂੰ ਜਪਾਓ। ਜਦ ਵੇਈਂ ਨਦੀ ਵਿੱਚੋਂ ਤੀਜੇ ਦਿਨ ਬਾਹਰ ਆਏ, ਆਪ ਜੀ ਨੇ ਮੋਦੀਖਾਨਾ ਲੁਟਾ ਦਿੱਤਾ ਅਤੇ ਸੱਚ ਨੂੰ ਨਿਸ਼ਚੇ ਕਰਾਉਣ ਵਾਸਤੇ ਆਪਣਾ ਜਗਤ ਨਿਸਤਾਰੇ ਦਾ ਪ੍ਰੋਗਰਾਮ ਪ੍ਰਾਰੰਭ ਕਰ ਦਿੱਤਾ। ਆਪ ਜੀ ਨੇ ਸਾਰੇ ਸੰਸਾਰ ਦਾ ਚੱਕਰ ਸੰਮਤ 1554 ਤੋਂ ਆਰੰਭ ਕੀਤਾ, ਜੋ ਆਪ ਜੀ ਦੀਆਂ 4 ਉਦਾਸੀਆਂ ਕਰਕੇ ਪ੍ਰਸਿੱਧ ਹੈ। ਆਪ ਜੀ ਹਿੰਦੂ ਮੁਸਲਮਾਨਾਂ ਦੇ ਪਾਸ ਖਾਸ ਟਿਕਾਣਿਆਂ 'ਤੇ ਗਏ। ਉੱਥੇ ਉਹਨਾਂ ਨੂੰ ਆਪਣੇ ਢੰਗ ਨਾਲ ਸੱਚ ਅਤੇ ਪਾਖੰਡ ਦਾ ਨਿਰਣਾ ਕਰਕੇ ਸੱਚੇ ਮਾਰਗ 'ਤੇ ਚਲਾਇਆ। ਆਪ ਜੀ ਨੇ ਉਪਦੇਸ਼ ਦਾ ਢੰਗ ਸਭ ਪੀਰਾਂ, ਪੈਗੰਬਰਾਂ ਅਤੇ ਅਵਤਾਰਾਂ ਨਾਲੋਂ ਵੱਖਰਾ ਸੀ। ਜਿੱਥੇ ਜ਼ੁਲਮ, ਅਨਿਆਏ, ਪਾਖੰਡ ਅਥਵਾ ਭੁੱਲਪੁਣਾ ਸਮਝਦੇ ਸਨ, ਉੱਥੇ ਪਹੁੰਚ ਕੇ ਕੋਈ ਨਾ ਕੋਈ ਨਵਾਂ ਹੀ ਕੌਤਕ ਰਚ ਕਰਕੇ ਉਸ ਸਥਾਨ 'ਤੇ ਕਰਮਚਾਰੀ ਆਗੂਆਂ ਅਥਵਾ ਲੋਕਾਂ ਦੀ ਬਿਰਤੀ ਨੂੰ ਆਪਣੇ ਵੱਲ ਖਿੱਚ ਲੈਂਦੇ ਸਨ। ਜਿਸ ਤਰ੍ਹਾਂ ਕਿ ਮਲਕ ਭਾਗੋ ਦੀ ਕੜਾਹਪੂਰੀ ਵਿੱਚੋਂ ਲਹੂ ਕੱਢ ਕੇ ਜ਼ੁਲਮ ਸਿਤਮ ਦੀ ਕਮਾਈ ਦੱਸਣੀ, ਕੁਰੂਕਸ਼ੇਤਰ ਸੂਰਜ ਗ੍ਰਹਿਣ ਸਮੇਂ ਹਰਨ ਦੀ ਦੇਗ ਰਿੰਨ ਕੇ ਮਾਸ ਸਾਗ ਦੇ ਭੇਦ ਨੂੰ ਸਮਝਾਉਣਾ, ਹਰਿਦੁਆਰ ਪਾਣੀ ਲਹਿੰਦੇ ਵੱਲ ਸਿੰਜ ਕੇ ਅਸਲੀਅਤ ਦੱਸਣੀ, ਜਗਨਨਾਥ ਪਹੁੰਚ ਕੇ ਪਾਂਡਿਆਂ ਨੂੰ ਸੱਚੀ ਆਰਤੀ ਨਿਸ਼ਚੇ ਕਰਾਉਣੀ। ਇਸੇ ਤਰ੍ਹਾਂ ਬਗਦਾਦ, ਮੱਕੇ, ਮੁਲਤਾਨ, ਚੀਨ, ਮਿਸਰ, ਸੰਗਲਾਦੀਪ, ਬੰਗਾਲ ਅਤੇ ਹੋਰ ਬੇਅੰਤ ਥਾਵਾਂ 'ਤੇ ਆਪ ਜੀ ਨੇ ਸਤਨਾਮ ਦਾ ਮੰਤਰ ਦ੍ਰਿੜਾਇਆ। ਸਿੱਧਾਂ ਦਾ ਮਾਣ ਦੂਰ ਕਰਨ ਵਾਸਤੇ ਆਪ ਜੀ ਸੁਮੇਰ ਪਰਬਤ 'ਤੇ ਗਏ, ਉਹਨਾਂ ਨਾਲ ਚਰਚਾ ਕੀਤੀ ਅਤੇ ਉਹਨਾਂ ਦੇ ਅੰਦਰੋਂ ਹਉਮੈ ਦਾ ਮਾਣ ਦੂਰ ਕੀਤਾ। ਇਸ ਤਰ੍ਹਾਂ 4 ਉਦਾਸੀਆਂ ਦੁਆਰਾ ਲਗਭਗ 24 ਵਰ੍ਹੇ ਆਪ ਜੀ ਨੇ ਦੂਰ ਦੂਰ ਤੱਕ ਆਪਣੇ ਮਿਸ਼ਨ ਦਾ ਪ੍ਰਚਾਰ ਕਰਕੇ ਸੰਮਤ 1579 ਵਿੱਚ ਕਰਤਾਰਪੁਰ ਰਾਵੀ ਦੇ ਕੰਢੇ ਆਸਣ ਜਮਾ ਕੇ ਆਪਣੇ ਉਪਦੇਸ਼ ਦਾ ਕੇਂਦਰ ਨਿਯਤ ਕਰ ਲਿਆ। ਕਰਤਾਰਪੁਰ ਦੀ ਆਪ ਜੀ ਨੇ 13 ਮਾਘ ਸੰਮਤ 1565 ਨੂੰ ਮੋੜੀ ਗੱਡੀ ਸੀ। ਉਪਦੇਸ਼ ਦਾ ਬੀਜ ਤਾਂ ਆਪ ਜੀ ਨੇ ਸਾਰੇ ਫਿਰ ਕੇ ਬੀਜ ਹੀ ਦਿੱਤਾ ਸੀ। ਅੱਗੇ ਤੋਂ ਕੇਂਦਰ ਨਿਯਤ ਕਰਨ ਦਾ ਇਹ ਭਾਵ ਸੀ ਕਿ ਜਿਸ ਕਿਸੇ ਨੂੰ ਚਰਚਾ ਉਪਦੇਸ਼ ਦੀ ਲੋੜ ਹੋਵੇ, ਉਹ ਇੱਥੇ ਪਹੁੰਚ ਕੇ ਆਪਣੀ ਤ੍ਰਿਪਤੀ ਕਰ ਲਵੇ। ਇੱਥੇ ਆਪ ਜੀ ਨੇ ਫਕੀਰਾਨਾ ਭੇਸ ਉਤਾਰ ਕੇ ਸੰਸਾਰੀ ਕੱਪੜੇ ਪਹਿਨ ਲਏ। ਯਥਾ ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ। ਇੱਥੇ ਆਪ ਜੀ ਨੇ ਸ਼੍ਰੀ ਮਾਤਾ ਸੁਲੱਖਣੀ ਜੀ ਅਤੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਜੀ ਨੂੰ ਆਪਣੇ ਪਾਸ ਸੱਦ ਲਿਆ। ਖੇਤੀਬਾੜੀ ਦਾ ਕੰਮ ਆਰੰਭ ਕਰ ਆਏ ਗਏ ਵਾਸਤੇ ਲੰਗਰ ਜਾਰੀ ਕਰ ਦਿੱਤਾ। 10 ਨੋਹਾਂ ਦੀ ਕਿਰਤ ਦੇ ਪੂਰਨੇ ਪਾ ਕੇ ਆਪ ਜੀ ਨੇ ਗਿਆਨ ਅਤੇ ਭੋਜਨ ਦੇ ਖੁੱਲ੍ਹੇ ਭੰਡਾਰੇ ਖੋਲ੍ਹ ਦਿੱਤੇ। ਵੰਡ ਕੇ ਛਕਾਉਣ ਦੀ ਜਾਂਚ ਦੱਸੀ। ਆਪ ਜੀ ਪਾਸ ਜਿਹੜਾ ਸ਼ਰਧਾ ਨਾਲ ਆਉਂਦਾ, ਉਹ ਭੁਗਤ ਅਤੇ ਮੁਕਤ ਦੋਵੇਂ ਪ੍ਰਾਪਤ ਕਰਕੇ ਜਾਂਦਾ। ਇਸੇ ਤਰ੍ਹਾਂ
ਕਈ ਆਉਂਦੇ ਅਤੇ ਕਈ ਜਾਂਦੇ। ਇਹਨਾਂ ਕਈ ਆਉਣ ਤੇ ਜਾਣ ਵਾਲਿਆਂ ਸ਼ਰਧਾਲੂਆਂ ਵਿੱਚੋਂ ਇੱਕ ਭਾਈ ਲਹਿਣਾ ਜੀ ਸਨ। ਆਪ ਜੀ ਦੇਵੀ ਦੇ ਪੁਜਾਰੀ ਸਨ। ਇੱਕ ਵੇਰ ਖਡੂਰ ਸਾਹਿਬ ਤੋਂ ਸੰਗਤ ਨਾਲ ਵੈਸ਼ਨੋ ਦੇਵੀ ਨੂੰ ਜਾਂਦੇ ਹੋਏ ਕਰਤਾਰਪੁਰ ਪਾਸੋਂ ਲੰਘਣ ਲੱਗੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਵਾਸਤੇ ਅਟਕ ਗਏ। ਜਦੋਂ ਦਰਸ਼ਨ ਕੀਤੇ ਤਾਂ ਉੱਥੇ ਹੀ ਸੇਵਾ ਵਾਸਤੇ ਜੁਟ ਗਏ। ਅਜਿਹੇ ਜੁਟੇ ਅਤੇ ਘਾਲ ਘਾਲੀ ਕੇ ਲਹਿਣਾ ਤੋਂ ਸ਼੍ਰੀ ਅੰਗਦ ਰੂਪ ਹੋ ਗਏ। ਭਾਵੇਂ ਇਹਨਾਂ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ ਹੋਰ ਵੀ ਸਿੱਧਕੀ ਸਿੱਖ ਬਾਬਾ ਬੁੱਢਾ ਜੀ, ਭਾਈ ਭਗੀਰਥ, ਭਾਈ ਸੁਧਾਰਨ, ਭਾਈ ਸ਼ੀਹਾਂ, ਭਾਈ ਗੱਜਣ, ਭਾਈ ਹੱਸੂ ਲੁਹਾਰ, ਭਾਈ ਪੈੜਾ ਮੋਖਾ ਜੀ ਆਦਿਕ ਹੈਗੇ ਸਨ। ਪਰੰਤੂ ਸ਼੍ਰੀ ਲਹਿਣਾ ਜੀ ਛੇਤੀ ਹੀ ਸ਼ਰਧਾ, ਸੇਵਾ ਤੇ ਭਗਤੀ ਕਰਕੇ ਭਲਾਈ ਭੁੱਲਾ ਜੀ ਅਤੇ ਭਾਈ ਜੀ ਦੀ ਪੱਟੀ ਪੜ ਗਏ ਅਤੇ ਮੁਖੀ ਸਿੱਖਾਂ ਵਿੱਚੋਂ ਗਿਣੇ ਜਾਣ ਲੱਗੇ। ਇੱਕ ਵੇਰ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਬੈਰਾਗੀ ਸਾਧੂਆਂ ਦੀ ਜਮਾਤ ਆਈ। ਸ਼੍ਰੀ ਲਹਿਣਾ ਜੀ ਨੇ ਉਹਨਾਂ ਦੀ ਹਰ ਪ੍ਰਕਾਰ ਦੀ ਸੇਵਾ ਸੰਭਾਲ ਬੜੇ ਪ੍ਰੇਮ ਉਤਸ਼ਾਹ ਨਾਲ ਕੀਤੀ। ਇਸ ਤਰ੍ਹਾਂ ਪ੍ਰਸੰਨ ਚਿੱਤ ਹੋਏ ਬੈਰਾਗੀਆਂ ਦੇ ਮਹੰਤ ਨੇ ਸ਼੍ਰੀ ਲਹਿਣਾ ਜੀ ਤੋਂ 4 ਪ੍ਰਸ਼ਨ ਪੁੱਛੇ। ਤੁਹਾਡਾ ਮਤ ਕਿਹੜਾ ਮੰਤਰ ਕਿਹੜਾ ਹੈ? ਤੁਹਾਡਾ ਮੂਲ ਮੰਤਰ ਕਿਹੜਾ ਹੈ? ਤੁਹਾਡਾ ਮਾਲਾ ਮੰਤਰ ਕਿਹੜਾ ਹੈ? ਸ਼੍ਰੀ ਲਹਿਣਾ ਜੀ ਨੇ ਕਿਹਾ ਕਿ ਪਹਿਲੇ ਪ੍ਰਸ਼ਨ ਦਾ ਉੱਤਰ ਇਹ ਹੈ, ਸਾਡਾ ਮਤ ਅਭੇਦਵਾਦੀ ਹੈ। ਅਸੀਂ ਕਿਸੇ ਭੇਦ ਭਾਵ ਤੋਂ ਬਿਨਾਂ ਕੇਵਲ ਇੱਕ ਅਦੁੱਤੀ ਪ੍ਰਮਾਤਮਾ ਨੂੰ ਜਾਣਦੇ ਅਤੇ ਮੰਨਦੇ ਹਾਂ। ਤੁਹਾਡੇ ਦੂਜੇ ਪ੍ਰਸ਼ਨ ਦਾ ਉੱਤਰ ਇਹ ਹੈ ਕਿ ਸਾਡਾ ਮੰਤਰ ਰਾਮ ਨਾਮ ਹੈ। ਦੇਵੀ ਦੇਵਤਿਆਂ ਦੇ ਮੰਤਰਾਂ ਤੋਂ ਸ਼੍ਰੋਮਣੀ ਹੈ। ਕੱਲ ਮੈਂ ਰਾਮ ਨਾਮ ਸਾਰ ਮੰਤਰ ਰਾਮ ਨਾਮ ਨਾਮੰ ਧਿਆਨੰ ਸਰਵਤਰ ਪੂਰਨ ਹੈ। ਪਰੰਤੂ ਸਾਡਾ ਮੂਲ ਮੰਤਰ ਮਾਲਾ ਮੰਤਰ ਕੀ ਹੈ? ਇਹਨਾਂ ਪ੍ਰਸ਼ਨਾਂ ਦਾ ਉੱਤਰ ਮੈਂ ਕੱਲ ਦਿਆਂਗਾ। ਉਸ ਦਿਨ ਰਾਤ ਨੂੰ ਕਾਬਲ, ਪਿਸ਼ੌਰ ਆਦਿਕ ਪ੍ਰਦੇਸ਼ਾਂ ਦੀਆਂ ਹੋਰ ਸੰਗਤਾਂ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚ ਗਈਆਂ। ਸ਼੍ਰੀ ਲਹਿਣਾ ਜੀ ਨੇ ਇਹਨਾਂ ਸੰਗਤਾਂ ਦੀ ਆਓ ਭਗਤ, ਸੇਵਾ ਟਹਿਲ ਵੀ ਬੜੇ ਪ੍ਰੇਮ ਚਾਅ ਨਾਲ ਕਰਕੇ ਪ੍ਰਸੰਨ ਕੀਤਾ। ਆਰਾਮ ਸਮੇਂ ਇਹਨਾਂ ਸੰਗਤਾਂ ਨੇ ਸ਼੍ਰੀ ਲਹਿਣਾ ਜੀ ਅੱਗੇ ਬੇਨਤੀ ਕੀਤੀ ਕਿ ਰਸਤੇ ਵਿੱਚ ਸਾਨੂੰ ਇੱਕ ਸੰਤਾਂ ਦੀ ਜਮਾਤ ਮਿਲੀ, ਜਿਸ ਨੇ ਸਾਨੂੰ ਪੁੱਛਿਆ ਸੀ ਕਿ ਤੁਸੀਂ ਕਿੱਥੇ ਜਾ ਰਹੇ ਹੋ। ਅਸੀਂ ਉੱਤਰ ਦਿੱਤਾ ਸੀ ਵਿਸਾਖੀ ਦੇ ਸਮੇਂ ਕਰਤਾਰਪੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ। ਮਹਾਤਮਾ ਜੀ ਨੇ ਕਿਹਾ ਕਿ ਤੁਸੀਂ ਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਕੇ ਚਰਨ ਪਰਸ ਕੇ ਨਿਹਾਲ ਹੋ ਜਾਓਗੇ, ਪਰੰਤੂ ਤੁਹਾਡੀ ਸੰਤਾਨ ਤੇ ਹੋਰ ਘਰ ਦੇ ਕਿਸ ਤਰ੍ਹਾਂ ਸਫਲ ਹੋਣਗੇ? ਗੁਰੂ ਦਾ ਸਰੀਰ ਸਦਾ ਨਹੀਂ ਰਹਿਣਾ, ਸੋ ਕਿਰਪਾ ਕਰਕੇ ਸਾਡਾ ਇਹ ਸ਼ੱਕ ਗੁਰੂ ਸਾਹਿਬ ਜੀ ਤੋਂ ਨਿਵਰਤ ਕਰਵਾ ਦਿਓ ਅਤੇ ਇਹ ਗੱਲ ਦੱਸੋ ਜਿਸ ਨਾਲ ਸਾਡੇ ਪੁੱਤਰ ਪੋਤਰਿਆਂ ਤਥਾ ਪਰਿਵਾਰ ਦਾ ਉਧਾਰ ਵੀ ਹੋ ਜਾਵੇ। ਸੰਗਤ ਨੂੰ ਵਿਸ਼ਰਾਮ ਕਰਾ ਕੇ ਅਤੇ ਅੰਨ ਜਲ ਛਕਾ ਕੇ ਸ਼੍ਰੀ ਲਹਿਣਾ ਜੀ ਜਦ ਸੇਵਾ ਤੋਂ ਵਿਹਲੇ ਹੋਏ ਤਾਂ ਆਪ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਗੇ ਵੈਰਾਗੀਆਂ ਦੇ ਪ੍ਰਸ਼ਨ ਅਤੇ ਸੰਗਤਾਂ ਦੇ ਸੰਸ਼ੇ ਪ੍ਰਗਟ ਕੀਤੇ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਾਨੂੰ ਸਾਰੀ ਗੱਲ ਸਮਝਾ ਦਿਓ, ਜਿਸ ਨਾਲ ਮੈਂ ਉਹਨਾਂ ਦੇ ਸ਼ੰਕੇ ਨਿਵਰਤ ਕਰ ਸਕਾਂ। ਸ਼੍ਰੀ ਲਹਿਣਾ ਜੀ ਪਾਸੋਂ ਇਹ ਸੁਨਿਮਰ ਬੇਨਤੀ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਹੈ ਪੁਰਖਾ ਸੁਣ, ਸਾਡਾ ਮੂਲ ਮੰਤਰ ਇਹ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਤੇ ਇਸ ਮੰਤਰ ਤੋਂ ਅੱਗੇ ਜਿਹੜੀ ਸਮੇਰ ਪਰਵਤ ਤੇ ਸਿੱਧਾਂ ਨਾਲ ਸਾਡੀ ਪ੍ਰਸ਼ਨ ਉੱਤਰ ਕਰਕੇ ਚਰਚਾ ਹੋਈ ਸੀ, ਉਹ ਸਾਡਾ ਮਾਲਾ ਮੰਤਰ ਹੈ, ਜਿਸ ਦਾ ਨਾਮ ਜਪ ਹੈ। ਜੋ ਇਸਤਰੀ ਪੁਰਸ਼ ਇਸ ਜਪ ਬਾਣੀ ਦਾ ਜਾਪ ਕਰੇਗਾ ਉਹ ਆਪ ਉਧਰੇਗਾ ਅਤੇ ਹੋਰਨਾਂ ਨੂੰ ਉਧਾਰੇਗਾ। ਤਾਂ ਤੇ ਇਹ ਗੱਲ ਸਰਬ ਸੰਗਤਾਂ ਨੂੰ ਸਮਝਾ ਦਿਓ। ਮੂਲ ਮੰਤਰ ਦੀ ਮਹੱਤਤਾ। ਇਸ ਉਪਰੰਤ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਲਹਿਣਾ ਜੀ ਨੂੰ ਕਹਿਣ ਲੱਗੇ,
हे पुरखा, जद असी सुमेर पर्वत उत्ते गए ਤਾਂ ਸਿੱਧਾ ਨੇ ਸਾਥੋਂ ਪੁੱਛਿਆ ਸੀ ਕਿਸ, ਕਿਉਂਕਿ ਸਾਥੋਂ ਬਿਨਾ ਅੱਜ ਤੱਕ ਇੱਥੇ ਕੋਈ ਸੰਸਾਰੀ ਨਹੀਂ ਆਇਆ। ਅਸਾਂ ਕਿਹਾ ਇੱਥੇ ਅਸੀਂ ਆਪਣੇ ਮੰਤਰ ਦੇ ਜ਼ੋਰ ਨਾਲ ਆਏ ਹਾਂ, ਜਿਹੜਾ ਸਾਨੂੰ ਅਕਾਲ ਪੁਰਖ ਖੰਡ ਵਿੱਚ ਦਿੱਤਾ ਸੀ। ਸਿੱਧਾ ਨੇ ਪ੍ਰਸ਼ਨ ਕੀਤਾ ਕਿ ਉਹ ਕਿਹੜਾ ਮੰਤਰ ਹੈ। ਤਦ ਅਸਾਂ ਇਹ ਮੂਲ ਮੰਤਰ ਉਚਾਰਨ ਕੀਤਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਸੁਣ ਕੇ ਸਿੱਧ ਕਹਿਣ ਲੱਗੇ, ਇਹ ਤਾਂ ਮੰਤਰ ਹੀ ਤੁਹਾਡਾ ਵੇਦ ਵਿਰੁੱਧ ਹੋਣ ਕਰਕੇ ਅਸ਼ੁੱਧ ਹੈ। ਇਸ ਦਾ ਇਤਨਾ ਬਲ ਨਹੀਂ ਹੋ ਸਕਦਾ ਜਿਸ ਨਾਲ ਤੁਸੀਂ ਇੱਥੇ ਪਹੁੰਚ ਸਕੋ। ਅਸਾਂ ਕਿਹਾ ਇਹ ਮੰਤਰ ਅਸ਼ੁੱਧ ਕਿਸ ਤਰ੍ਹਾਂ ਹੈ। ਸਿੱਧ ਕਹਿਣ ਲੱਗੇ ਕਿ ਇਹ ਅਸ਼ੁੱਧ ਕਰਕੇ ਹੈ, ਵੇਦ ਵਿੱਚ ਓੰਕਾਰ ਹੀ ਲਿਖਿਆ ਹੈ, ਪਰੰਤੂ ਤੁਸੀਂ ਇੱਕ ਓੰਕਾਰ ਕਿਹਾ ਹੈ। ਇਸ ਦੇ ਪਹਿਲਾਂ ਏਕਾ ਲਾਉਣ ਵਿੱਚ ਇਹ ਮੰਤਰ ਅਸ਼ੁੱਧ ਹੋ ਜਾਂਦਾ ਹੈ। ਅਸਾਂ ਸਿੱਧਾ ਨੂੰ ਦੱਸਿਆ ਕਿ ਇਸ ਏਕੇ ਦੇ ਕਈ ਹੇਤੂ ਕਾਰਨ ਹਨ, ਜੈਸਾ ਕਿ ਸਾਡਾ ਅਦਵੈਤ ਮਤ ਹੈ, ਅਰਥਾਤ ਅਸੀਂ ਭਿੰਨ ਭਿੰਨ ਬ੍ਰਹਮਾ ਵਿਸ਼ਨੂੰ ਸ਼ਿਵ ਦੇ ਉਪਾਸਕ ਨਹੀਂ ਹਾਂ, ਜਿਸ ਕੇਵਲ ਇੱਕ ਅਕਾਲ ਪੁਰਖ ਨੂੰ ਹੀ ਮੰਨਦੇ ਹਾਂ। ਇਸ ਕਰਕੇ ਓੰਕਾਰ ਨੂੰ ਇੱਕ ਕਿਹਾ ਹੈ। ਦੇਵਸਰਤੀ ਏਕ ਹਾਂ ਬਹੁ ਸਿਆਮ ਹੈ, ਤਥਾ ਗੁਰਬਾਣੀ ਦੇ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨੁਸਾਰ ਇਹ ਏਕਾ ਵੇਦ ਦਾ ਅੰਗ ਹੈ। ਇਸ ਕਰਕੇ ਅਸਾਂ ਨੇ ਏਕਾ ਕਿਹਾ ਹੈ। ਓਮ ਉਤਪਤੀ ਪਾਲਣਾ ਲਯਤਾ ਦੇ ਕਾਰਨ ਵਾਲਾ ਦਰਸਾਉਂਦਾ ਹੈ। ਇਸ ਕਰਕੇ ਈਸ਼ਵਰ ਦਾ ਤਟਸਥ ਲੱਖਣ ਹੈ, ਭਾਵ ਓਮ ਬ੍ਰਹਮ ਨਹੀਂ ਪਰੰਤੂ ਉਸਦਾ ਜਨਾਇਕ ਹੈ, ਜੋ ਉਸਦੇ ਗੁਣ ਸੁਭਾਵ ਨੂੰ ਪ੍ਰਗਟ ਕਰਦਾ ਹੈ। ਇਸ ਕਰਕੇ ਇਹ ਤਟਸਥ ਲੱਖਣ ਹੈ। ਇਸ ਉਹ ਤੋਂ ਪਹਿਲਾਂ ਏਕਾ ਲਿਖ ਕੇ ਅਸਾਂ ਨੇ ਬ੍ਰਹਮ ਦਾ ਸਰੂਪ ਲੱਖਣ ਵੀ ਨਾਲ ਹੀ ਕਹਿ ਦਿੱਤਾ ਹੈ, ਅਰਥਾਤ ਜੋ ਸ਼ਕਤੀ ਉਤਪਤੀ ਪਾਲਣਾ ਤੇ ਸੰਘਾਰ ਕਰਨ ਵਾਲੀ ਹੈ ਉਹ ਇੱਕ ਹੈ, ਉਸਦੇ ਬਰਾਬਰ ਦਾ ਦੂਜਾ ਕੋਈ ਨਹੀਂ। ਇਸ ਕਰਕੇ ਸਰੂਪ ਲੱਖਣ ਸੁਭਾਵ ਲੱਖਣ ਕਰਕੇ ਉਹ ਇੱਕ ਓੰਕਾਰ ਹੈ। ਅਥਵਾ ਇਹ ਮੰਤਰ ਊਚ ਨੀਚ ਇਸਤਰੀ ਪੁਰਸ਼ ਸਭ ਵਾਸਤੇ ਇਕਸਾਰ ਸਾਂਝਾ ਹੈ। ਇੱਕ ਓੰਕਾਰ ਦਾ ਏਕਾ ਅਦੁੱਤੀ ਸ਼ੁੱਧ ਬ੍ਰਹਮ ਦਾ ਵਾਚਕ ਹੈ, ਜੋ ਮਾਇਆ ਸਬਲ ਹੋ ਕੇ ਸੰਸਾਰ ਦੇ ਵਿਸਥਾਰ ਵਾਸਤੇ ਓੰਕਾਰ ਹੋਇਆ ਹੈ। ਉਤਪਤੀ ਕਰਨ ਵਾਲਾ, ਆਕਾਰ ਪਾਲਣਾ ਕਰਨ ਵਾਲਾ ਅਤੇ ਮਕਾਰ ਲੈਤਾ ਕਰਨ ਵਾਲੇ ਦਾ ਵਾਚਕ ਹੈ। ਅਰਧ ਚੰਦਾ ਅਮਰਾਤਾ ਸ਼ੁੱਧ ਬ੍ਰਹਮ ਦਾ ਵਾਚਕ ਹੈ, ਅਰਥਾਤ ਇੱਕ ਅਦੁੱਤੀ ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਜੋ ਸ਼ੁੱਧ ਬ੍ਰਹਮ ਹੈ ਉਹ ਇੱਕ ਓੰਕਾਰ ਹੈ। ਸੋ ਐਸੇ ਅਦੁੱਤੀ ਸ਼ੁੱਧ ਮੰਗਲ ਸਰੂਪ ਬ੍ਰਹਮ ਦੇ ਬਲ ਕਰਕੇ ਅਸੀਂ ਇੱਥੇ ਆਏ ਹਾਂ। ਇਹ ਸੁਣ ਕੇ ਸਿੱਧ ਕਹਿਣ ਲੱਗੇ, ਇਸ ਇੱਕ ਓੰਕਾਰ ਦਾ ਸਰੂਪ ਕੀ ਹੈ। ਅਸਾਂ ਕਿਹਾ ਕਿ ਇਸ ਦਾ ਸਰੂਪ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਅਰਥਾਤ ਸਤਨਾਮ ਉਸਦਾ ਨਾਮ ਕਾਲ ਹੀ ਸਤ ਹੈ। ਉਹ ਕਦੇ ਵੀ ਕਿਸੇ ਵੀ ਸਮੇਂ ਨਾਸ਼ ਨਹੀਂ ਹੁੰਦਾ, ਅਥਵਾ ਉਹ ਸਦਾ ਸਥਿਰ ਇੱਕ ਰਸ ਇੱਕ ਰੂਪ ਅਤੇ ਨਿਰਵਿਕਾਰ ਹੋਣ ਕਰਕੇ ਸਤ ਹੈ। ਉਹ ਕਦੇ ਵੀ ਕਿਸੇ ਸਮੇਂ ਵੀ ਅਭਾਵ ਅਥਵਾ ਵੱਧ ਘੱਟ ਨਹੀਂ ਹੁੰਦਾ। ਕਰਤਾ ਸੰਸਾਰ ਦਾ ਰਚਨਹਾਰਾ ਪੁਰਖ ਸਭ ਵਿੱਚ ਪੂਰਨ ਘਟ ਘਟ ਵਾਸੀ ਹੈ, ਅਰਥਾਤ ਪੁਰਖ ਉਹ ਹੈ ਜੋ ਹਰ ਇੱਕ ਸਥਾਨ ਤਥਾ ਵਸ ਰਿਹਾ ਹੈ।
ਨਿਰਭਉ ਡਰ ਤੋਂ ਰਹਿਤ ਹੈ। ਪੂਰਨਮਾਤੀ ਪੁਰਖਾ ਸਰਬ ਪ੍ਰੀਸ਼ਦ ਰਹਿਤਾ ਸਾ ਨਿਰਭਉਆ। ਅਰਥਾਤ ਜਿਹੜਾ ਹਰ ਸਮੇਂ ਹਰ ਦੇਸ਼ ਹਰ ਸ਼ਹਿ ਵਿੱਚ ਇੱਕ ਰਸ ਰਹਿੰਦਾ ਹੈ ਉਹ ਨਿਰਭਉ ਹੈ। ਐਸਾ ਕੇਵਲ ਪ੍ਰਮਾਤਮਾ ਹੀ ਹੈ। ਜੇ ਉਸ ਨੂੰ ਕਿਸੇ ਦਾ ਡਰ ਹੋਵੇ ਤਾਂ ਉਹ ਡਰ ਵਾਲੀ ਵਸਤੂ ਪਾਸ ਨਾ ਜਾਵੇ, ਪਰ ਉਹ ਸਭ ਦੇ ਵਿੱਚ ਪਰਿਪੂਰਨ ਅਤੇ ਅੰਗੀ ਸੰਗੀ ਹੈ। ਇਸ ਤੋਂ ਸਿੱਧ ਹੋਇਆ ਕਿ ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਉਹ ਨਿਰਭੈ ਹੈ। ਨਿਰਵੈਰ ਵੈਰ ਤੋਂ ਰਹਿਤ ਹੈ, ਉਸਦਾ ਕਿਸੇ ਨਾਲ ਵੈਰ ਨਹੀਂ ਹੈ। ਵੈਰ ਰਹਿਤ ਹੋਣ ਕਰਕੇ ਉਹ ਸਰਬੱਤ ਦੇ ਅੰਗ ਸੰਗ ਹੈ। ਜਿਸਦਾ ਕਿਸੇ ਨਾਲ ਵੈਰ ਹੋਵੇ ਤਾਂ ਉਹ ਵੈਰੀ ਦੇ ਅੰਗ ਸੰਗ ਨਹੀਂ ਹੋ ਸਕਦਾ। ਪਰ ਇਹ ਗੱਲ ਉਸਦੇ ਕਰਤਾ ਪੁਰਖ ਲੱਖਣ ਦੇ ਵਿਰੁੱਧ ਹੈ, ਤਾਂ ਤੇ ਉਹ ਨਿਰਵੈਰ ਸਿੱਧ ਹੁੰਦਾ ਹੈ। ਸਿੱਧ ਕਹਿਣ ਲੱਗੇ ਕਿ ਜੇ ਉਹ ਨਿਰਵੈਰ ਹੈ ਫਿਰ ਜੀਵਾਂ ਨੂੰ ਦੁੱਖ ਕਿਉਂ ਦਿੰਦਾ ਹੈ। ਅਸਾਂ ਕਿਹਾ ਕਿ ਪ੍ਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਦੁੱਖਾਂ ਸੁੱਖਾਂ ਦੇ ਕਾਰਨ ਜੀਵ ਦੇ ਆਪਣੇ ਕਰਮ ਹਨ। ਜੈਸਾ ਕਿ ਇੱਕ ਕਿਸਾਨ ਨੇ ਛੋਲੇ ਬੀਜੇ, ਛੋਲੇ ਪੱਕੇ ਘਰ ਲੈ ਆਂਦੇ, ਘਰ ਵਾਲੀ ਨੇ ਪੀਸ ਕੇ ਪਕਾਏ। ਕਿਸਾਨ ਨੂੰ ਖੁਸ਼ਕ ਅਤੇ ਸਖਤ ਰੋਟੀ ਖਾਣ ਲੱਗਿਆਂ ਦੁੱਖ ਹੋਇਆ, ਫਿਰ ਪਿਆਸ ਨਾਲ ਤੰਗ ਪੈ ਗਿਆ। ਘਰ ਵਾਲੀ ਨੂੰ ਕੋਸਣ ਲੱਗਾ ਕਿ ਗੁਆਂਢੀ ਨੂੰ ਇੰਨੀ ਪਿਆਸ ਨਹੀਂ ਲੱਗਦੀ, ਉਹ ਕੰਮ ਕਰਦਾ ਹੈ ਤੇ ਮੈਂ ਪਾਣੀ ਪੀ ਪੀ ਕੇ ਆਫਰਦਾ ਰਹਿੰਦਾ ਹਾਂ। ਕੰਮ ਕਰਨ ਵਿੱਚ ਰੁਕਾਵਟ ਪੈਂਦੀ ਹੈ ਤੇ ਕੰਮ ਪੂਰਾ ਨਹੀਂ ਹੁੰਦਾ। ਤੂੰ ਮੈਨੂੰ ਇਸ ਦੁੱਖ ਦਾ ਕਾਰਨ ਛੋਲਿਆਂ ਦੀ ਰੋਟੀ ਕਿਉਂ ਖਵਾਈ ਹੈ। ਘਰ ਵਾਲੀ ਨੇ ਉੱਤਰ ਦਿੱਤਾ ਕਿ ਇਹ ਤੁਹਾਡੇ ਆਪਣੇ ਕਰਮਾਂ ਦਾ ਫਲ ਹੈ, ਮੇਰਾ ਇਸ ਵਿੱਚ ਕੀ ਦੋਸ਼ ਹੈ। ਜੋ ਕੁਛ ਤੁਸੀਂ ਬੀਜਿਆ ਵੱਢਿਆ ਸੋ ਤੁਸਾਂ ਖਾਧਾ ਭੋਗਿਆ ਹੈ। ਤੁਸਾਂ ਛੋਲੇ ਬੀਜੇ, ਤੁਹਾਨੂੰ ਖਾਣੇ ਪਏ। ਗੁਰਵਾਕ ਹੈ, ਨਾਨਕ ਜੋ ਬੀਜਿਆ ਸੋ ਖਾਵਣਾ, ਕਰਤਾ ਲਿਖ ਪਾਇਆ। ਸਗੋਂ ਤੁਹਾਡੇ ਸੰਗ ਕਰਕੇ ਮੈਨੂੰ ਵੀ ਦੁੱਖ ਭੋਗਣਾ ਪਿਆ। ਪਹਿਲਾਂ ਪੀਠੇ ਫਿਰ ਪਕਾਏ ਤੇ ਖਾ ਕੇ ਪਿਆਸ ਨਾਲ ਵਿਆਕੁਲ ਹੋਈ। ਇਸ ਕਰਕੇ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਦੋਸ਼ ਆਪਣੇ ਕਰਮਾਂ ਦਾ ਹੀ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਸੋ ਫਿਰ ਪ੍ਰਸ਼ਨ ਕੀਤਾ, ਜੇ ਪਰਮੇਸ਼ਰ ਨਿਰਵੈਰ ਹੈ ਤਾਂ ਉਹ ਅਗਿਆਨ ਦਾ ਵੈਰੀ ਹੋਇਆ। ਅਗਿਆਨ ਦਾ ਵੈਰੀ ਪਰਮੇਸ਼ਰ ਨਹੀਂ ਹੈ, ਸਤਿਗੁਰੂ ਜੀ ਉੱਤਰ ਦਿੰਦੇ ਹਨ, ਪਰੰਤੂ ਅਗਿਆਨ ਦਾ ਵੈਰੀ ਗਿਆਨ ਹੈ। ਸਤਿਗੁਰੂ ਜੀ ਨੂੰ ਫਿਰ ਪ੍ਰਸ਼ਨ ਕਰਦੇ ਹਨ, ਗਿਆਨ ਕਿਸ ਤਰ੍ਹਾਂ ਅਗਿਆਨਤਾ ਦਾ ਵੈਰੀ ਹੈ। ਸਤਿਗੁਰੂ ਜੀ ਨੇ ਕਿਹਾ, ਗਿਆਨ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਸਰੂਪਾ ਗਿਆਨ, ਸਰਵਣ ਮੰਨਣ ਤੇ ਨਿਧਿਆਸਨ ਸਾਧਨਾ ਤਥਾ ਉਪਾਸਨਾ ਦੁਆਰਾ ਸਰੂਪ ਦੀ ਲਖਤਾ ਤੇ ਗਿਆਨ ਕਰਕੇ ਅਗਿਆਨ ਦਾ ਨਾਸ਼ ਹੁੰਦਾ ਹੈ। ਜੈਸਾ ਕਿ ਦੀਵਾ ਤਿਆਰ ਕਰਨਾ, ਉਸ ਵਿੱਚ ਤੇਲ ਬੱਤੀ ਪਾਉਣੀ, ਬੱਤੀ ਨੂੰ ਤੀਲੀ ਲਾ ਕੇ ਉਸ ਨੂੰ ਜਗਾਉਣਾ ਤੇ ਹਨੇਰੇ ਦਾ ਨਾਸ਼ ਕਰਕੇ ਆਪਣੀ ਵਸਤੂ ਨੂੰ ਪ੍ਰਾਪਤ ਕਰਨਾ, ਇਹ ਸਰੂਪ ਗਿਆਨ ਹੈ। ਦੀਵਾ ਬਲੈ ਅੰਧੇਰਾ ਜਾਏ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਦੂਜਾ ਵਿਤਰੀ ਗਿਆਨ ਹੈ, ਜਾਪ ਦੇ ਅਭਿਆਸ ਦੁਆਰਾ ਵਿਤਰੀ ਵਿੱਚ ਸਰੂਪ ਦੀ ਲਖਤਾ ਪ੍ਰਾਪਤ ਕਰਨੀ। ਇਸ ਲਖਤਾ ਕਰਕੇ ਹੀ ਅਗਿਆਨ ਦਾ ਨਾਸ਼ ਹੋ ਜਾਂਦਾ ਹੈ। ਜਿਸ ਤਰ੍ਹਾਂ ਸਰੋਵਰ ਦੇ ਨਿਰਮਲ ਜਲ ਨੂੰ ਪਾਣੀ ਦਾ ਬੂਰ ਢੱਕ ਲੈਂਦਾ ਹੈ, ਇਸੇ ਤਰ੍ਹਾਂ ਸ਼ੁੱਧ ਚੇਤਨ ਸਰੂਪ ਨੂੰ ਮਲਣ ਮਾਇਆ ਅਗਿਆਨ ਤੇ ਭਰਮ ਦਾ ਰੂਪ ਹੋ ਕੇ ਬੂਰ ਦੀ ਨਿਆਈ ਢੱਕ ਲੈਂਦੀ ਹੈ। ਉਪਰੰਤ ਇਸ ਉੱਤੇ ਹੋਰ ਹੰਗਤਾ ਮਮਤਾ ਦੇ ਪੜਦੇ ਪੈ ਕੇ ਤਹਿਆਂ ਵੱਜ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਨਿਰਮਲ ਸਰੂਪ ਨਜ਼ਰ ਨਹੀਂ ਆਉਂਦਾ। ਫਿਰ ਜਦ ਪੂਰਨ ਪੁਰਸ਼ ਗੁਰੂ ਦੇ ਉਪਦੇਸ਼ ਕਰਕੇ ਸਤਨਾਮ ਵਾਹਿਗੁਰੂ ਦੇ ਜਾਪ ਦਾ ਅਭਿਆਸ ਹੁੰਦਾ ਹੈ ਤਾਂ ਅਜੱਪਾ ਜਾਪ ਦੀ ਹਨੇਰੀ ਚੱਲ ਪੈਂਦੀ ਹੈ, ਜਿਸ ਨਾਲ ਜਿਵੇਂ ਹਵਾ ਨਾਲ ਬੂਰ ਇੱਕ ਪਾਸੇ ਹੋ ਜਾਂਦਾ ਹੈ ਤੇ ਨਿਰਮਲ ਜਲ ਤੋਂ ਉਹ ਬੂਰ ਪਰੇ ਹੋ ਜਾਂਦਾ ਹੈ, ਤਿਵੇਂ ਹੰਗਤਾ ਮਮਤਾ ਦੇ ਭਰਮ ਗਿਆਨ ਦੇ ਪਰਦੇ ਉੱਡ ਕੇ ਇੱਕ ਪਾਸੇ ਹੋ ਜਾਂਦੇ ਹਨ ਅਤੇ ਸ਼ੁੱਧ ਸਰੂਪ ਦਿਸਣ ਲੱਗ ਪੈਂਦਾ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਦੀ, ਸਭੈ ਉਡਾਨੀ, ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ।
ਤਾ ਤੇ ਅਗਿਆਨ ਦਾ ਵੈਰੀ, ਉਸਦਾ ਨਾਸ਼ ਕਰਨ ਵਾਲਾ ਆਪਣੇ ਸਰੂਪ ਲਖਤਾ ਦਾ ਗਿਆਨ ਹੈ। ਪਰਮੇਸ਼ਵਰ ਉਸਦਾ ਵੈਰੀ ਨਹੀਂ ਹੈ। ਅਕਾਲ ਮੂਰਤ, ਉਸਦੀ ਮੂਰਤ ਕਾਲ ਰਹਿਤ ਹੈ, ਨਾਸ਼ ਨਹੀਂ ਹੁੰਦੀ, ਤਥਾ ਉਸਦੀ ਮੂਰਤੀ ਸਮੇਂ ਦੇ ਅਧੀਨ ਨਹੀਂ ਹੈ, ਜਿਸ ਕਰਕੇ ਉਹ ਬੱਚਾ, ਜਵਾਨ ਤੇ ਫਿਰ ਬੁੱਢਾ ਨਹੀਂ ਹੁੰਦਾ, ਉਹ ਸਦਾ ਇਕਸਾਰ ਰਹਿੰਦਾ ਹੈ। ਸਿੱਧ ਕਹਿਣ ਲੱਗੇ ਕਿ ਮੂਰਤੀ ਵਾਲਾ ਹੋ ਕੇ ਫਿਰ ਉਹ ਅਕਾਲ ਕਿਸ ਤਰ੍ਹਾਂ ਹੋ ਸਕਦਾ ਹੈ, ਕਿਉਂਕਿ ਮੂਰਤੀ ਤਾਂ ਨਾਸ਼ਵੰਤ ਹੁੰਦੀ ਹੈ। ਉੱਤਰ, ਉਹ ਦੇਸ਼ ਕਾਲ ਵਸਤੂ ਪ੍ਰਸ਼ੇਦ ਬੰਧਨ ਤੋਂ ਰਹਿਤ ਹੈ। ਉਹ ਤ੍ਰਿਦਾ ਮੂਰਤੀ ਹੈ, ਅਰਥਾਤ ਉਸਦੀਆਂ 3 ਇੱਛਾ ਹਨ, ਜਿਨ੍ਹਾਂ ਅਨੁਸਾਰ ਉਸਦੇ ਵੱਖ-ਵੱਖ 3 ਨਾਮ ਹਨ। ਉਪਨਿਸ਼ਦ ਵਿੱਚ ਲਿਖਿਆ ਹੈ, ਹੇ ਬ੍ਰਾਹਮਣ, ਮੈਂ ਵਿਸ਼ਨੂੰ ਆਪਣੀ 3 ਗੁਣ ਰਾਜ, ਸਤ, ਤਮ ਇੱਛਾਵਾਂ ਵਾਲੀ ਮਾਇਆ ਪ੍ਰਵੇਸ਼ ਹੋ ਕੇ ਦੁਨੀਆ ਦੀ ਉਤਤੀ ਪਾਲਣਾ ਤੇ ਸੰਘਾਰ ਕਰਦਾ ਹੋਇਆ ਵੱਖ-ਵੱਖ ਕੰਮ ਦੇ ਅਨੁਸਾਰ ਆਉਂਦਾ ਹਾਂ। ਇਸ ਵਾਸਤੇ ਬ੍ਰਹਮਾ ਰਜੋਗੁਣੀ ਇੱਛਾ, ਵਿਸ਼ਨੂੰ ਸਤੋਗੁਣੀ ਇੱਛਾ ਤੇ ਸ਼ਿਵ ਤਮੋਗੁਣੀ ਇੱਛਾ ਨੂੰ ਵੱਖ-ਵੱਖ ਮੰਨਣਾ ਗਲਤੀ ਹੈ। ਇੱਕ ਮੇਰੇ ਹੀ 3 ਨਾਮ ਹਨ। ਅਜੂਨੀ, ਜੂਨੀ ਜੰਮਣ ਮਰਨ ਤੋਂ ਰਹਿਤ ਹੈ, ਤਥਾ ਪਸ਼ੂ ਪੰਛੀ ਆਦਿ ਜੂਨਾਂ ਵਿੱਚ ਨਹੀਂ ਆਉਂਦਾ। ਸੈਭੰ ਆਪਣੇ ਆਪ ਤੋਂ ਪ੍ਰਕਾਸ਼ ਹੈ। ਗੁਰਪ੍ਰਸਾਦ ਅੰਧਕਾਰ ਨੂੰ ਦੂਰ ਕਰਕੇ ਪ੍ਰਕਾਸ਼ ਕਰਨ ਵਾਲਾ ਕਿਰਪਾਲੂ ਹੈ। ਗੁਰਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੈਸਾ ਕਿ ਉਸਦਾ ਗੁਰਪ੍ਰਸਾਦ ਅਨੁਗ੍ਰਹਿ ਗੁਰ ਵੱਡਾ ਹੈ, ਐਡਾ ਵੱਡਾ ਕਿ ਉਹ ਕਿਸੇ ਦੇ ਔਗਣਾਂ ਨੂੰ ਨਹੀਂ ਚਿਤਾਰਦਾ। ਦੀਨ ਦਇਆਲ ਦਇਆਨਿਧ ਦੋਖਨ ਦੇਖਤ ਹੈ, ਪਰ ਦੇਤ ਨਾ ਹਾਰੈ। ਉਹ ਦਇਆ ਦਾ ਸਮੁੰਦਰ, ਦੀਨਾਂ ਤੇ ਦਇਆ ਕਰਨ ਵਾਲਾ, ਸਭ ਦੇ ਗੁਨਾਹਾਂ ਨੂੰ ਵੇਖਦਾ ਹੈ, ਪਰ ਉਹਨਾਂ ਨੂੰ ਆਪਣੀਆਂ ਦਾਤਾਂ ਦੇ ਦੇਣੀਆਂ ਬੰਦ ਨਹੀਂ ਕਰਦਾ। ਕਿਸੇ ਦੇ ਔਗਣਾਂ ਨੂੰ ਵੇਖ ਕੇ ਪਰਮਾਤਮਾ ਤੋਂ ਬਿਨਾਂ ਕੋਈ ਵਿਰਲਾ ਉਸਦਾ ਭਗਤ ਹੀ ਉਸਨੂੰ ਖਾਣ ਪਾਨ ਦੇ ਸਕਦਾ ਹੈ। ਪੱਖਾ ਤੇਜ਼ ਕਰੀ। ਜੈਸਾ ਕਿ ਇੱਕ ਗੁਰੂ ਦੇ ਸ਼ਰਧਾਵਾਨ ਸਿੱਖ ਦੇ ਘਰ, ਜਿਸਦਾ ਨਾਮ ਭਾਈ ਮੂਲਾ ਸੀ, ਜਿਸਦਾ ਭੇਸ ਧਾਰ ਕੇ ਕੋਈ ਚੋਰ ਰਾਤ ਆਣ ਰਿਹਾ। ਭਾਈ ਮੂਲਾ ਜੀ ਨੇ ਉਸਨੂੰ ਗੁਰੂ ਕਾ ਇੱਕ ਸਿੱਖ ਜਾਣ ਕੇ ਬੜੇ ਸਤਿਕਾਰ ਨਾਲ ਪ੍ਰਸ਼ਾਦ ਪਾਣੀ ਛਕਾਇਆ ਅਤੇ ਰਾਤ ਆਰਾਮ ਕਰਨ ਵਾਸਤੇ ਚੰਗਾ ਮੰਜਾ ਬਿਸਤਰਾ ਦਿੱਤਾ। ਵੱਡੇ ਸਵੇਰੇ ਜਦ ਪਹਿਰ ਕੋ ਰਾਤ ਰਹਿੰਦੀ ਸੀ, ਚੋਰ ਨੇ ਭਾਈ ਮੂਲਾ ਜੀ ਦੀ ਇਸਤਰੀ ਦੇ ਗਹਿਣਿਆਂ ਦਾ ਡੱਬਾ ਚੁਰਾ ਲਿਆ ਅਤੇ ਭਾਈ ਜੀ ਦੇ ਘਰੋਂ ਨਿਕਲਣ ਵਾਸਤੇ ਉੱਠ ਤੁਰਿਆ। ਪਰ ਭਾਈ ਜੀ ਦੇ ਬਾਹਰਲੇ ਦਰਵਾਜ਼ੇ ਨੂੰ ਜਿੰਦਰਾ ਲੱਗਿਆ ਹੋਣ ਕਰਕੇ ਨਿਕਲ ਨਾ ਸਕਿਆ। ਜਦ ਭਾਈ ਜੀ ਨੂੰ ਖਬਰ ਹੋਈ ਤਾਂ ਆਪ ਜੀ ਜਿੰਦਰਾ ਖੋਲ੍ਹਣ ਵਾਸਤੇ ਉੱਠੇ। ਚੋਰ ਨੇ ਕਿਹਾ, ਮੈਨੂੰ ਪੇਟ ਵਿੱਚ ਕੁਝ ਦਰਦ ਹੋਈ ਹੈ, ਮੈਂ ਬਾਹਰ ਜਾਣਾ ਚਾਹੁੰਦਾ ਹਾਂ। ਭਾਈ ਮੂਲਾ ਜੀ ਨੇ ਜਿੰਦਰਾ ਖੋਲ੍ਹ ਦਿੱਤਾ। ਜਦ ਜਿੰਦਰਾ ਖੁੱਲ੍ਹ ਜਾਣ ਕਰਕੇ ਚੋਰ ਛੇਤੀ ਨਾਲ ਬਾਹਰ ਨਿਕਲਣ ਲੱਗਾ ਤਾਂ ਉਸਦੀ ਬਗਲ ਵਿੱਚੋਂ ਗਹਿਣਿਆਂ ਦਾ ਡੱਬਾ ਡਿੱਗ ਪਿਆ। ਭਾਈ ਜੀ ਨੇ ਡੱਬਾ ਚੁੱਕ ਕੇ ਚੋਰ ਨੂੰ ਫੜਾ ਦਿੱਤਾ ਅਤੇ ਉਸਨੂੰ ਬੜੇ ਸਤਿਕਾਰ ਨਾਲ ਘਰੋਂ ਵਿਦਾ ਕਰਕੇ ਵਾਪਸ ਆ ਗਿਆ। ਦਿਨ ਚੜ੍ਹੇ। ਜਦ ਭਾਈ ਜੀ ਇਸਤਰੀ ਨੇ ਗਹਿਣਿਆਂ ਦਾ ਡੱਬਾ ਗੁੰਮ ਪਾਇਆ ਤਾਂ ਉਸਨੇ ਭਾਈ ਜੀ ਨੂੰ ਕਿਹਾ ਕਿ ਰਾਤ ਵਾਲਾ ਸਿੱਖ ਸਾਡੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਪਰ ਭਾਈ ਮੂਲਾ ਜੀ ਨੇ ਕਿਹਾ ਕਿ ਕੋਈ ਚੋਰ ਰਾਤ ਨੂੰ ਪਿਆ ਹੋਵੇਗਾ ਜੋ ਗਹਿਣੇ ਲੈ ਗਿਆ ਹੋਊ। ਗੁਰੂ ਦਾ ਸਿੱਖ ਜੋ ਰਾਤੀ ਘਰ ਰਿਹਾ, ਐਸੇ ਕਰਕੇ ਤੜਕੇ ਹੀ ਚਲਾ ਗਿਆ। ਜਾਪਦਾ ਕਿਤੇ ਉਸਦੇ ਜੁੰਮੇ ਹੀ ਚੋਰੀ ਨਾ ਲੱਗ ਜਾਵੇ। ਕੁਝ ਸਮੇਂ ਉਪਰੰਤ ਜਦ ਭਾਈ ਮੂਲਾ ਜੀ ਸਤਿਗੁਰੂ ਨਾਨਕ ਦੇਵ ਜੀ ਪਾਸ ਦਰਸ਼ਨ ਕਰਨ ਗਿਆ ਤਾਂ ਉਹਨੇ ਕਿਹਾ, ਮੂਲਿਆ ਤੂੰ ਮੇਰਾ ਪਰਦਾ ਢਕਿਆ, ਤੇਰੇ ਪਰਦੇ ਗੁਰੂ ਸਦਾ ਹੀ ਢਕੇਗਾ। ਪਾਠਕ ਜੀ, ਭਾਈ ਮੂਲਾ ਜੀ ਨੇ ਗੁਰੂ ਜੀ ਦੇ ਇੱਕ ਸਿੱਖ ਤੇ ਕਿਰਪਾ ਕੀਤੀ ਅਤੇ ਉਸਦੇ ਔਗਣ ਭਾਵ ਚੋਰੀ ਨੂੰ ਅਣਡਿੱਠ ਕਰਕੇ ਉਸਦੇ ਦੋਸ਼ ਨੂੰ ਨਾ ਚਿਤਾਰਿਆ। ਸਤਿਗੁਰੂ ਜੀ ਨੇ ਮੇਰਾ ਪਰਦਾ ਢਕਿਆ ਆਖ ਕੇ ਭਾਈ ਮੂਲੇ ਆਪਣੇ ਸਿੱਖ ਨੂੰ ਨਿਵਾਜਿਆ ਤਾਂ ਤੇ ਸਾਨੂੰ
परमात्मा तथा सतगुरु जी का जो साडे अणगिणत दोषां दे पर्दे ढकदे हन सदा ही धन्नवाद करते रहना चाहिए है। मानस जात तां सदा ही अवगणहार है। माटी का क्या धोप है स्वामी, मानस की गत यही। जिस तरह मिट्टी सदा मैली है, इसी तरह मानस जात की दशा सदा अवगणहार है। उस परमात्मा वड्डा नहीं चितारदा, सानू सदा खाण पाण नूं दिंदा है। मूल मंत्र दोष रहता है। सतगुरु जी कहंदे इस तरह मूल मंत्र दे अर्थ निर्णय करके सिद्ध कहन लगे तुहाडा मूल मंत्र अर्थां सहित तां ठीक सिद्ध हो गया है। ये निरार्थ नहीं है, परंतु इस विच अति व्याप्ति दोष जो लक्षण तां ब्रह्म दे कहीए, परंतु होर वस्तुआं विच भी घट जाण प्रतीत हुंदे हन। असां उत्तर दिता तुसां ने एक ओंकार नूं सत्य कह के फिर उसनूं नाम क्यों कथन कीता है। असां दस्सिया कि न्यायिकां ने आकाश नूं भी एकसार होण करके सत भावें हो सकदा है, परंतु वो नाम प्रपंच रूप नहीं है। परमात्मा प्रपंच रूप है, इस करके उसनूं नाम कहा है। परंतु सिद्धा ने कहा भला जे तुसां नाम कहा सी तां फिर उसनूं करता क्यों कहा। सतगुਰਾਂ ने कहा नाम तां सब देहधारियां दे भी हन, पर वो करता नहीं हन, इस करके उसनूं करता कहा है। प्रश्न जे करता कहा सी फिर उसनूं पुरख क्यों कहा। न्यायिकां ने माया नूं करता मन्निया है, परंतु माया पुरख नहीं है, इस करके माया असां ने उसनूं करता पुरख कहा है कि एक लक्षण माया विच ना घट जावे। जे तुसां करता पुरख कहा सी फिर उसनूं निरभाव क्यों कहा। सिद्ध प्रश्न कर रहे हन। सतगुरु कहंदे करता पुरख तां कई पुरुष मात्र भी हन जो अनेक भांत ਦੀਆਂ ਚੀਜ਼ਾਂ ਨੂੰ ਰਚ ਲੈਂਦੇ ਹਨ, ਪਰ ਉਹ ਨਿਰਭਉ ਨਹੀਂ ਹਨ। ਇਸ ਕਰਕੇ ਕਰਤਾ ਪੁਰਖ ਨੂੰ ਅਸਾਂ ਨਿਰਭਉ ਕਥਨ ਕੀਤਾ ਹੈ। ਭਲਾ ਜੇ ਨਿਰਭਉ ਕਿਹਾ ਸੀ ਫਿਰ ਨਿਰਵੈਰ ਕਿਉਂ ਹੈ। ਨਿਰਵੈਰ ਕਿਉਂ ਕਿਹਾ, ਜਿਸ ਕਰਕੇ ਹਰਨਾਕਸ਼ ਪ੍ਰਿਥਵੀ ਦੇ ਰਾਜਿਆਂ ਨੂੰ विजय करके जले हरनाक्ष थले हरनाक्ष अपना नाम रखा के बहुत अहंकारी हो गया, तां विष्णु भगवान दी पुरी उत्ते राज करन दी इच्छा धार के वो बैकुंठ विच चलिया गया। सगों विष्णु भगवान उसके पुन्ना दा कुछ फल बाकी समझ के उस तो डरदे बैकुंठ छड्ड के चले गए। इस करके निरभव पद दा लखण क्योंकि हरनाक्ष विच भी घट जांदा सी, इसलिए असां ने एक ओंकार नूं निर्वैर कहा है। हरनाक्ष निरभव तां हो सकदा है पर निर्वैर नहीं, क्योंकि उसने कईयां नाल वैर भावना करके दुख दिते सन। इत्थों तक कि हरि भगत ने अपने पुत्र प्रहलाद नूं भी उसने कई कष्ट दिते सन ते होर भी बहुत प्रजा नूं दुखी कीता सी। जे तुसां निर्वैर कहा तां वो अकाल मूर्त क्यों कहा, क्योंकि न्यायिकां ने प्रदंसावा द्वारा घड़े नूं भी अकाल मूर्त मन्निया है। इस करके ओंकार दा लखण घड़े विच भी घट जांदा सी। इस दोष की निवृत्ति वास्ते असां ब्रह्म नूं अजूनी कथन कीता है। फिर अजूनी कथन करके तुसां सैभंग क्यों कहा, क्योंकि न्यायिकां ने न्याय शास्त्र अनुसार घड़े की उत्पत्ति तो पहला कपालां हेठले ते उतले हिस्से विच उसका प्रागा भाव पहला ना होना मन्निया है। इस करके घड़ा भी अजूनी कहा जा सकता है। इस दोष की निवृत्ति वास्ते असां ने ओंकार नूं सैभंग कथन कीता है। घड़ा जूनी रहत हो सकता है, सैभंग नहीं हो सकता। फिर तुसां ने सैभंग कहा सी, उसनूं गुर क्यों कहा। सैभंग सै प्रकाश
ਸਵੈ ਪ੍ਰਕਾਸ਼ ਤਾਂ ਖਟ ਜੋਤੀ, ਸੂਰਜ, ਅਗਨੀ, ਬਿਜਲੀ, ਪਾਣੀ, ਚੰਦ, ਤਾਰੇ ਵੀ ਹਨ, ਪਰ ਉਹ ਵੱਡੇ ਨਹੀਂ ਹਨ। ਇਸ ਕਰਕੇ ਇੱਕ ਓਅੰਕਾਰ ਨੂੰ ਕਥਨ ਕੀਤਾ ਹੈ। ਫਿਰ ਤੁਸਾਂ ਗੁਰਪ੍ਰਸਾਦ ਕਿਉਂ ਕਿਹਾ ਹੈ? ਗੁਰਪ੍ਰਸਾਦ ਇਸ ਕਰਕੇ ਕਿਹਾ ਕਿ ਗੁਰ ਤਾਂ ਸੁਮੇਰ ਆਦਿ ਪਹਾੜ ਵੀ ਹੋ ਸਕਦੇ ਹਨ, ਪਰ ਉਹ ਪ੍ਰਸਾਦ ਆਨੰਦ ਸਰੂਪ ਨਹੀਂ ਹੋ ਸਕਦੇ। ਆਨੰਦ ਸਰੂਪ ਕੇਵਲ ਪ੍ਰਮਾਤਮਾ ਇੱਕ ਓਅੰਕਾਰ ਹੀ ਹੈ। ਇਹ ਪ੍ਰਸੰਨ ਹੋਏ ਅਤੇ ਕਹਿਣ ਲੱਗੇ, ਤੁਹਾਡਾ ਮੂਲ ਮੰਤਰ ਅਰਥ ਸਹਿਤ ਅਤੇ ਦੋਸ਼ ਰਹਿਤ ਤਾਂ ਠੀਕ ਸਿੱਧ ਹੋ ਗਿਆ, ਅਤੇ ਇਸ ਵਿੱਚ ਸ਼ਾਸਤਰ ਅਨੁਸਾਰ 4 ਅਨੁਬੰਧ ਪ੍ਰਤੀਤ ਨਹੀਂ ਹੁੰਦੇ, ਕਿਉਂਕਿ ਅਸਾਂ ਕਿਹਾ ਕਿ ਸਿੱਧ ਲੋਕੋ ਇਸ ਵਿੱਚ ਹੇਠ ਲਿਖੇ ਅਨੁਸਾਰ ਅਨੁਬੰਧ ਵੀ ਹਨ, ਜੈਸਾ ਕਿ ਅਧਿਕਾਰੀ ਅਨੁਬੰਧ, ਵਿਸ਼ੇ ਅਨੁਬੰਧ, ਪ੍ਰਯੋਜਨ ਅਨੁਬੰਧ। ਦੀ ਲੜੀ ਜਾਂ ਆਦਿਕ ਨੂੰ ਰੱਸੀ ਨੂੰ ਗੰਢਾਂ ਦੇ ਕੇ ਬਣਾਈ ਹੋਈ ਲੜੀ ਨੂੰ ਮਾਲਾ ਕਹਿੰਦੇ ਹਨ। ਵੱਖੋ ਵੱਖ ਮਜ਼ਹਬਾਂ ਤੇ ਮਤਾਂ ਵਿੱਚ ਇਸਦੇ ਮਣਕਿਆਂ ਤਥਾ ਗੰਢਾਂ ਦੀ ਭਿੰਨ ਭਿੰਨ ਗਿਣਤੀ ਹੁੰਦੀ ਹੈ। ਹਿੰਦੂ ਸਨਾਤਨ ਮਤ ਵਿੱਚ ਇਸ ਦੀ ਗਿਣਤੀ 108 ਮਣਕਿਆਂ ਤਥਾ ਗੰਢਾਂ ਦੀ ਪ੍ਰਚਲਿਤ ਤੇ ਪ੍ਰਸਿੱਧ ਹੈ। ਇਸ ਦੀ ਗਿਣਤੀ ਦਾ ਮੂਲ ਸਿਧਾਂਤ ਜੋਤਿਸ਼ ਸ਼ਾਸਤਰ ਨਾਲ ਸੰਬੰਧਿਤ ਹੈ, ਜੈਸਾ ਕਿ ਜੋਤਿਸ਼ ਸ਼ਾਸਤਰ ਅਨੁਸਾਰ ਦਿਨ ਰਾਤ ਦੇ 27 ਨਛੱਤਰ ਹੁੰਦੇ ਹਨ। ਹਰ ਇੱਕ ਨਛੱਤਰ ਦੇ 4 ਚਰਨ ਭਾਵ 4 ਭਾਗ ਹੁੰਦੇ ਹਨ, ਅਰਥਾਤ ਦਿਨ ਰਾਤ ਨੂੰ 27 ਨੂੰ 4 ਨਾਲ ਜੇ ਆਪਾਂ ਗੁਣਾ ਕਰਦੇ ਹਾਂ ਤਾਂ 108 ਚਰਨ ਵਿੱਚ ਵੰਡਿਆ ਹੋਇਆ ਹੈ। ਇਸ ਗਿਣਤੀ ਅਨੁਸਾਰ ਮਾਲਾ ਦੀ ਹਰ ਇੱਕ ਮਣਕਾ ਇੱਕ ਚਰਨ ਦੇ ਥਾਂ ਖੜਾ ਹੁੰਦਾ ਹੈ। ਮਾਲਾ ਦੇ ਇੱਕ ਇੱਕ ਮਣਕੇ ਉੱਤੇ ਕੋਈ ਰਾਮ, ਕੋਈ ਓਮ, ਕੋਈ ਸ਼ਿਵ, ਕੋਈ ਵਾਹਿਗੁਰੂ ਆਦਿਕ ਜਪੇ। ਆਪੋ ਆਪਣੇ ਮਤ ਅਨੁਸਾਰ ਅਕਾਲ ਪੁਰਖ ਪਰਮਾਤਮਾ ਦਾ ਨਾਮ ਲੈ ਕੇ ਮਾਲਾ ਦਾ ਇੱਕ ਗੇੜ ਜਦ ਸਮਾਪਤ ਕਰ ਲਵੇ ਤਾਂ ਇਸ ਦਾ ਭਾਵ ਇਹ ਹੈ ਕਿ ਉਹਨੇ ਆਪਣੇ ਇਸ਼ਟ ਦੇ ਨਾਮ ਵਿਰਦ ਦਿਨ ਰਾਤ ਦੇ ਇੱਕ ਇੱਕ ਚਰਨ ਵਿੱਚ ਇੱਕ ਇੱਕ ਵਾਰ ਕਰ ਲਿਆ ਹੈ। ਉਪਰੰਤ ਜਿਤਨੀਆਂ ਮਾਲਾ ਕੋਈ ਫੇਰਦਾ ਹੈ ਉਤਨੀ ਵਾਰ ਹੀ ਇਸ਼ਟ ਦਾ ਨਾਮ ਹਰ ਇੱਕ ਚਰਨ ਵਿੱਚ ਉਚਾਰਨ ਕਰਨ ਦਾ ਮਹਾਤਮ ਪ੍ਰਾਪਤ ਕਰਦਾ ਹੈ। ਇਸ ਜਪਜੀ ਸਾਹਿਬ ਵਿੱਚ ਵੱਖੋ ਵੱਖ ਢੰਗਾਂ ਨਾਲ ਅਕਾਲ ਪੁਰਖ ਦੇ ਨਾਮਾਂ ਤਥਾ ਗੁਣਾਂ ਦੀ ਸਿਫਤ ਸਲਾਹ ਕੀਤੀ ਹੈ। ਜਿਸ ਤਰ੍ਹਾਂ ਸਨਾਤਨ ਹਿੰਦੂ ਧਰਮ ਮਾਲਾ ਦਿਨ ਪ੍ਰਤੀ ਫੇਰਨੀ ਜ਼ਰੂਰੀ ਹੈ, ਉਸੇ ਤਰ੍ਹਾਂ ਸਤਿਗੁਰੂ ਨੇ ਆਪਣੇ ਸਿੱਖਾਂ ਵਾਸਤੇ ਜਿਨ੍ਹਾਂ ਦਾ ਵਿਸ਼ਵਾਸ 10 ਰੂਪ ਗੁਰੂ ਨਾਨਕ ਦੇਵ ਜੀ ਅਤੇ ਬਾਣੀ ਗੁਰੂ ਉੱਤੇ ਹੈ, ਇਸ ਦਾ ਸੰਪੂਰਨ ਪਾਠ ਇੱਕ ਮਾਲਾ ਅਤੇ ਬਾਣੀ ਗੁਰੂ ਦੇ ਬਰਾਬਰ ਨਿਸ਼ਚੈ ਕੀਤਾ, ਅਰਥਾਤ ਜਪਜੀ ਸਾਹਿਬ ਦੇ ਇੱਕ ਪਾਠ ਦਾ ਮਹਾਤਮ ਪ੍ਰਮਾਤਮਾ ਦਾ ਨਾਮ ਲੈ ਕੇ 108 ਮਣਕਿਆਂ ਦੀ ਮਾਲਾ ਫੇਰਨ ਦੇ ਬਰਾਬਰ ਹੈ। ਮੂਲ ਮੰਤਰ ਦਾ ਜਾਪ 108 ਮਣਕਿਆਂ ਵਾਲੀ ਮਾਲਾ ਤੇ 8 ਤੋਂ 10 ਮਿੰਟਾਂ ਵਿੱਚ ਹੁੰਦਾ ਹੈ। ਇਤਨੇ ਸਮੇਂ ਵਿੱਚ ਹੀ ਜਪਜੀ ਸਾਹਿਬ ਦਾ ਇੱਕ ਸੰਪੂਰਨ ਪਾਠ ਹੋ ਜਾਂਦਾ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਉਹ ਆਦ ਜਗਤ ਦੀ ਉਤਪਤੀ ਤੋਂ ਪਹਿਲੇ ਵੀ ਸੱਚ ਸੀ, ਜੁਗਾਦ ਜੁਗਾਂ ਦੇ ਆਰੰਭ ਵਿੱਚ ਵੀ ਸੱਚ ਸੀ, ਹੈ ਪੀ ਹੁਣ ਵਰਤਮਾਨ ਸਮੇਂ ਵਿੱਚ ਵੀ ਸੱਚ ਹੈ, ਹੋਸੀ ਅੱਗੇ ਆਉਣ ਵਾਲੇ ਭਵਿੱਖਤ ਸਮੇਂ ਵਿੱਚ ਜਦ ਸ੍ਰਿਸ਼ਟੀ ਨਾਸ਼ ਹੋ ਜਾਵੇਗੀ ਤਦ ਵੀ ਸੱਚ ਰਹੇਗਾ। ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ, ਅਰਥਾਤ ਜਦ ਜਗਤ ਉਤਪਤੀ ਤੋਂ ਪਹਿਲਾਂ ਮਹਾਂਪਰਲੈ ਸਮੇਂ ਧੁੰਦੂਕਾਰ ਸੀ ਤਦ ਵੀ ਉਹ ਸੱਚ ਸੀ। ਫਿਰ ਯੁੱਗਾਂ ਦੇ ਆਰੰਭ ਵਿੱਚ ਇੱਕ ਹਾਂ ਬਹੁਤ ਸਿਆਮਾ ਇਸ ਤੋਂ ਅਨੇਕਾਂ ਹੋਵਾਂ ਦੀ ਇੱਛਾ ਹੋਈ ਤਦ ਵੀ ਉਹ ਸੱਚ ਸੀ। ਹੁਣ ਵੀ ਜਿਸ ਵੇਲੇ ਸਤਿਗੁਰੂ ਜੀ ਸਿੱਧਾਂ ਨੂੰ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਹਨ, ਉਹ ਸੱਚ ਹੈ। ਗੁਰੂ ਸਾਹਿਬ ਜੀ ਨੇ ਕਿਹਾ ਹੈ, ਸਿੱਧੋ ਅੱਗੇ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੀ ਹੋਵੇਗਾ। ਇਹ ਸ਼ਲੋਕ
श्री जपजी साहिब का उपक्रम रूप श्लोक है। ਉਹ क्रम ਕਹਿੰਦੇ ਹਨ उस क्रम ਨੂੰ जो ਅੱਗੇ ਕਰਨ ਵਾਲੇ ਕਾਰਜ ਦੀ ਸੂਚਨਾ ਦੇਵੇ। जैसा कि इस श्लोक तो ਅੱਗੇ उच्चारण हुई जपजी एक सच परमात्मा की सूचना देंदी है। पहली पौड़ी जिस दी विचार आपां अगले दीवाना विच करांगे। बोलदे विचारदे अनेकां गलतियां माफ़ करनियां। सारी संगत दा बहुत बहुत धन्नवाद है। आप जी ने कथा बहुत ही ध्यान अते एकाग्र मन करके कथा सरवण कीती है ਅਤੇ ਵੱਧ ਤੋਂ ਵੱਧ शेयर करिया करो ताकि संगतां लाहे प्राप्त कर सकन जी। साडा फेसबुक पेज संत आश्रम मलेशिया वाले ਅਤੇ यूट्यूब चैनल संत आश्रम मलेशिया टीवी जिसनों तुसीं सबसक्राइब कर सकते हो ਅਤੇ हर एक कथा की नोटिफिकेशन तुहाडे कोल पहुँच जाएगी। ਅਤੇ सारी संगत का बहुत बहुत धन्यवाद है। इसनों वध तो वध शेयर करिया करो। आप संगत का बहुत बहुत धन्यवाद। बोलदे विचारदे अनेकां गलतियां मिलाफ बुलाओ फतेह साहब आखो वाहिगुरू जी का खालसा वाहिगुरू जी की फतेह।